ਸ਼੍ਰੀ ਅਕਾਲ। ਪੰਜਾਬ ਮੇਲ USA TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਆਂਚਲ ਚੱਡਾ ਸਵਾਗਤ ਕਰਦੀ ਹਾਂ। ਤੁਸੀਂ ਇਸ ਵੇਲੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਸਮਰਥਨ 'ਚ ਰੈਲੀ ਕੱਢੀ ਜਾ ਰਹੀ ਹੈ। ਕਿਸਾਨਾਂ ਨੇ ਰਣਨੀਤੀ ਉਲੀਕੀ ਸੀ ਕਿ 14 ਦਸੰਬਰ ਨੂੰ ਜ਼ਿਲ੍ਹਾ ਮੁਖਿਆਲੇ ਘੇਰਾਂਗੇ ਤੇ BJP ਨੇਤਾਵਾਂ ਦੀ ਕੋਠੀ ਦਾ ਘਿਰਾਵ ਕੀਤਾ ਜਾਏਗਾ। BJP ਨੇਤਾ ਹੰਸਰਾਜ ਹੰਸ ਦੀ ਕੋਠੀ ਦਾ ਘਿਰਾਵ ਕਰਕੇ ਇਹ ਸਾਰੇ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਹੁਣ DC ਦਫ਼ਤਰ ਵੱਲ ਕੂਚ ਕਰ ਰਹੇ ਨੇ। ਆਜੋ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ, ਗੱਲਬਾਤ ਕਰਦੇ ਹਾਂ। ਸਰ, ਦਿੱਲੀ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਇੱਥੇ DC ਆਫਿਸ ਘੇਰੇ ਜਾ ਰਹੇ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਦੀ ਮੋਦੀ ਸਰਕਾਰ ਨੂੰ? ਇਹ ਕਾਨੂੰਨ ਜਿਹੜਾ ਬਣਾਇਆ ਉਹਦੇ ਵਾਸਤੇ ਆਏ ਜੀ, ਇੱਥੇ ਰੱਦ ਕਰਾਉਣ ਵਾਸਤੇ। ਸੰਘਰਸ਼ ਚੱਲ ਰਿਹਾ 26 ਤਰੀਕ ਤੋਂ ਅੱਜ ਤੱਕ, ਉਹਨਾਂ ਕੁ ਚੱਲਦਾ ਰਹੂਗਾ ਜਿੰਨਾ ਕੁ ਕਾਨੂੰਨ ਵਾਪਸ ਨਹੀਂ ਹੋਣਗੇ ਜੀ। ਕੀ ਤੁਹਾਨੂੰ ਲੱਗਦਾ ਹੈ ਕੇਂਦਰ ਸਰਕਾਰ ਇਹਦਾ ਜਲਦੀ ਹੱਲ ਕੱਢੇਗੀ? ਹਾਂਜੀ ਕਰੂਗੀ ਪੱਕਾ ਜੀ। ਉਹਨਾਂ ਨੂੰ ਇਹ ਬਿੱਲ ਵਾਪਸ ਲੈਣਾ ਪੈਣਾ ਔਰ ਇਸ ਨੂੰ ਖਤਮ ਕਰਨਾ ਹੀ ਪੈਣਾ। ਜਿਹੜੇ 3 ਕਾਲੇ ਕਾਨੂੰਨ ਬਣਾਏ ਆ ਉਹਨਾਂ ਨੂੰ ਵਾਪਸ ਲੈਣਾ ਹੀ ਪੈਣਾ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਭਾਰਤ ਦਾ ਕੱਲਾ ਕਿਸਾਨ ਆਪਣੀ ਜ਼ਿੰਮੇਵਾਰੀ ਤੋਂ ਆਣ ਕੇ ਖੜਾ ਹੋ ਗਿਆ ਔਰ ਰਿਸਪੌਂਸਿਬਿਲਟੀ ਨੂੰ ਸਮਝਣ ਲੱਗ ਪਿਆ ਆ। ਔਰ ਇਹ ਜਿਹੜਾ ਮੋਦੀ ਸਾਹਿਬ ਹੈ, ਇਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਡਾਨੀ ਅੰਬਾਨੀ ਜਿਹੜੇ ਤੁਹਾਨੂੰ ਬਾਂਦਰਾਂ ਨੂੰ ਮਦਾਰੀ ਨਚਾਉਂਦਾ ਹੁੰਦਾ ਨਾ ਇੱਕ ਬਾਂਦਰ ਨੂੰ, ਉੱਦਾਂ ਉਹ ਨੱਚ ਰਿਹਾ ਹੈ। ਉਸ ਨੂੰ PM ਦੀ ਕੁਰਸੀ ਨਹੀਂ, ਉਹ ਇੱਕ ਬਾਂਦਰ ਹੈ, ਉਹ ਅੱਗੇ ਨੱਚ ਰਿਹਾ। ਅਡਾਨੀ ਅੰਬਾਨੀ ਉਹਨੂੰ ਨਚਾ ਰਹੇ ਨੇ। ਉਹ ਆਪਣੀ ਜਿਹੜੀ ਆ ਰਿਸਪੌਂਸਿਬਿਲਟੀ ਤੇ ਆਣ ਕੇ ਔਰ ਕਾਲੇ ਕਾਨੂੰਨ ਵਾਪਸ ਲਵੇ ਔਰ ਇਹਨਾਂ ਰੱਦ ਕਰੇ ਕਾਲੇ ਕਾਨੂੰਨਾਂ ਨੂੰ। ਔਰ ਜਿਹੜੇ ਜਦ ਤੱਕ ਵਾਪਸ ਨਹੀਂ ਆਉਂਦੇ ਜਦ ਤੱਕ ਸਾਡਾ ਸੰਘਰਸ਼ ਚੱਲਦਾ ਹੀ ਰਹੇਗਾ। ਕਾਲੇ ਕਾਨੂੰਨ ਜਿਹੜੇ ਮਸਟ ਵਾਪਸ ਹੋਣੇ ਚਾਹੀਦੇ ਆ। ਕਿਉਂ ਕਿ ਇਹ ਮੁਲਕ ਭਾਜਪਾ ਦਾ ਨਹੀਂ ਹੈ, ਇਹ ਮੁਲਕ ਹਿੰਦੁਸਤਾਨੀਆਂ ਦਾ ਹੈ ਔਰ ਉਹ ਮੁਲਕ ਇਹਨੂੰ ਵਾਪਸ ਲੈਣ ਪੈਣਗੇ ਕਾਨੂੰਨ। ਇਸਨੇ ਮੁਲਕ ਨੂੰ ਸੇਲ ਕਰਤਾ, ਵੇਚ ਦਿੱਤਾ। ਇਹ ਮੁਲਕ ਉਹਦਾ ਅਡਾਨੀ ਦਾ ਨਹੀਂ ਹੈ, ਇਹ ਮੁਲਕ ਹਿੰਦੁਸਤਾਨੀਆਂ ਦਾ ਹੈ। ਪੰਜਾਬ ਨੌਰਥ ਜਿਹੜਾ ਹੈ ਇਹ ਕਿਸੇ ਦੇ ਮੂਹਰੇ ਝੁਕਣ ਵਾਲਾ ਨਹੀਂ ਹੈ। ਅੱਜ ਅਗਰ ਕਿਸੇ ਵੀ ਬੰਦੇ ਨੇ ਪੰਜਾਬੀ ਨੇ ਕੋਈ ਤਰੱਕੀ ਕੀਤੀ ਹੈ, ਸਾਡੇ ਬੱਚਿਆਂ ਨੇ ਮਿਹਨਤ ਕੀਤੀ ਹੈ ਬਾਹਰ ਜਾ ਕੇ। ਹਾਂਜੀ, ਕਪੂਰਥਲਾ ਜ਼ਿਲ੍ਹਾ ਦੇਖੋ ਜਿੰਨਾ ਹੈਗਾ ਸਾਰਾ ਬਣਾਇਆ ਹੋਇਆ, ਇਹ ਸਾਰਾ ਜਰਮਨੀ ਤੋਂ ਬਣਿਆ। ਜਰਮਨੀ ਨੇ ਉਹਨਾਂ ਦੀ ਮਦਦ ਕੀਤੀ ਹੈ। ਹੈਲਮੁਟ ਸ਼ਮਿਟ ਪ੍ਰਾਈਮ ਮਿਨਿਸਟਰ, ਉਸ ਤੋਂ ਬਾਅਦ ਗੇਹਰ ਸ਼ਰੋਡਾ ਪ੍ਰਾਈਮ ਮਿਨਿਸਟਰ, ਔਰ ਨਾਓ ਇਸ ਐਂਜਲਾ ਮਾਰਕਲ ਪ੍ਰਾਈਮ ਮਿਨਿਸਟਰ। ਇਹਨਾਂ ਲੋਕਾਂ ਨੇ ਸਾਨੂੰ ਡਿਵੈਲਪ ਕੀਤਾ। ਔਰ ਇਹ ਕਿਸ ਤਰ੍ਹਾਂ ਸਾਡੇ ਫਾਦਰਲੈਂਡ ਨੂੰ ਲੈਣਾ ਚਾਹੁੰਦਾ। ਇਹ ਸਾਡੀ ਫਾਦਰਲੈਂਡ ਆ, ਅਸੀਂ ਇਹਨਾਂ ਨੂੰ ਨਹੀਂ ਦੇ ਸਕਦੇ, ਸਮਝਦੇ? ਇਸ ਕਰਕੇ ਇਹਨਾਂ ਨੂੰ ਮਤਲਬ ਸੋਚਣਾ ਚਾਹੀਦਾ। ਅਗਰ ਇਹ ਮੋਦੀ ਉਹਦਾ ਜਿਹੜਾ ਉਹ ਨੇਤਾਊ ਆ ਕੇ ਅਗਰ ਆਪਣਾ ਉੱਥੇ ਦਾ ਇਜ਼ਰਾਈਲ ਦਾ, ਜੇ ਉਹਨੂੰ ਇਹ ਮਤਲਬ ਸੋਚਦਾ ਕਿ ਉਹਦੀ ਮਦਦ ਕਰੇਗਾ, ਸਾਡੇ ਕੋਲ ਵੀ ਉੱਧਰ ਬੈਠਾ ਹੈਗਾ ਹੈਡਾ ਆਸਟਰਿਚ। ਉਹ ਨੱਡਾ ਜਿਹੜਾ ਉਹ ਕਹਿੰਦਾ ਕਿ ਹਿਟਲਰ ਸਾਰੇ ਹਿਟਲਰ ਦੇ ਤਾਂ ਪੈਰਾਂ ਦੀ ਧੂੜ ਨਹੀਂ ਹੈਗੀ। ਤੂੰ ਹਿਟਲਰ ਦੇ ਨਾਲ ਕੀ ਕਰਦਾ, ਉਹਦਾ ਨਾਂ ਕਿਉਂ ਲੈਣਾ ਦੂਸਰੀ ਕੰਟਰੀ ਦਾ? ਕੱਲ੍ਹ ਇੰਗਲੈਂਡ ਦੇ ਵਿੱਚ ਮਤਲਬ ਮੁਜ਼ਾਹਰਾ ਹੋਇਆ, ਉੱਥੇ ਵੀ ਮੋਦੀ ਦੀ ਮਤਲਬ ਕੁੱਤਿਆਂ ਖਾਣੀ ਹੋਈ ਆ। ਉਹ ਕਹਿੰਦੇ ਮੋਦੀ ਕੁੱਤਾ। ਇਸ ਕਰਕੇ ਇਹ ਜਿਹੜੇ ਕਾਨੂੰਨ ਆ ਇਹ ਮਤਲਬ ਵਾਪਸ ਹੀ ਲੈਣੇ ਆ, ਕੋਈ ਸਮਝੌਤਾ ਨਹੀਂ ਵਾਪਸ ਲੈਣ ਤੋਂ, ਕਿਉਂਕਿ ਇਸਨੇ ਕੰਟਰੀ ਸੇਲ ਕਰ ਦਿੱਤੀ ਹੈ। ਦਿਸ ਇਜ਼ ਦ ਬੈਡ ਫॉर द नेशन, फॉर द कंट्री। ਅਸੀਂ ਦਿੱਲੀ ਵੀ ਗੇੜਾ ਮਾਰ ਰਹੇ ਹਾਂ, ਅੱਜ ਇੱਥੇ ਵੀ ਖੜੇ ਹਾਂ। ਅੱਜ ਜੋ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਜੀ DC ਆਫਿਸ ਸਾਹਮਣੇ, ਅੱਜ ਖੜੇ ਹੋ ਕੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਨਾ ਅਸੀਂ ਖੜੇ ਹਾਂ। ਮੋਦੀ ਜੀ ਨੇ ਜਿਹੜੇ ਵੀ ਅੱਜ ਤੱਕ ਫੈਸਲੇ ਲਿੱਤੇ ਨੇ, ਚਾਹੇ ਉਹ ਡੀਮੋਨੇਟਾਈਜੇਸ਼ਨ ਦਾ ਸੀ, ਜਿਹ 'ਚ ਕਹਿੰਦੇ RBI ਕਹਿੰਦੀ 14.5 ਲੱਖ ਕਰੋੜ ਅਸੀਂ ਅੱਜ ਤੱਕ ਕੈਸ਼ ਜਨਰੇਟ ਕੀਤਾ ਹੈ, 18 ਲੱਖ ਕਰੋੜ ਵਾਪਸ ਆਇਆ। ਇਹ ਮਤਲਬ ਪਹਿਲਾਂ ਵੀ ਉਹਨਾਂ ਦਾ ਦਾਅਵਾ ਗਲਤ ਸੀ। ਦੂਜੀ ਸੀ GST ਦੀ ਗੱਲ। GST ਵਿੱਚ ਕੀ ਕੀਤਾ ਗਿਆ, ਇਹਨਾਂ ਨੂੰ ਨਹੀਂ ਪਤਾ 70% ਜਿਹੜੀ ਆਬਾਦੀ ਉਹ ਸਾਡੀ ਕੋਈ ਵੀ ਟੈਕਸ 'ਤੇ ਕੰਮ ਨਹੀਂ ਕਰਦੀ ਪਈ, ਉਹ ਘਰਾਂ 'ਚ ਕੰਮ ਕਰਦੀ ਪਈ ਹੈ। ਉਹਨਾਂ ਨੂੰ ਵੀ ਘਰਾਂ ਤੋਂ ਬਾਹਰ ਕੱਢ ਕੇ ਉਹਨਾਂ ਨੇ ਕੰਮ ਬੰਦ ਕਰਕੇ ਉਹਨਾਂ ਨੂੰ ਥੱਲੇ ਲਾਇਆ ਜਾ। ਤੇ ਅੱਜ ਤੀਜੀ ਵਾਰੀ ਕਿਸਾਨ ਅੰਦੋਲਨ ਦੇ ਨਾਲ ਉਹਨਾਂ ਨੇ ਫੇਰ ਬਦਲ ਕੀਤੀ। ਉਹਨਾਂ ਦੇ 3 ਲੈਜਿਸਲੇਟਿਵ ਕਾਨੂੰਨ ਨੂੰ ਪਾਸ ਕੀਤਾ ਜਿਹੜੇ ਬਿਲਕੁਲ ਹੀ ਨਕਾਰਕ ਨੇ ਤੇ ਇਹਨਾਂ ਨੂੰ ਨਹੀਂ ਲਿੱਤਾ ਜਾ ਸਕਦਾ। ਤੇ ਇੱਕ ਬੰਨੇ ਕਹਿ ਰਹੇ ਨੇ ਅਸੀਂ ਜੀ ਇੰਡੀਆ ਦਾ ਭਵਿੱਖ ਸੁਧਾਰਦੇ ਪਏ ਹਾਂ, ਦੂਜੇ ਬੰਨੇ 871 ਕਰੋੜ ਦਾ ਸੰਸਦ ਭਵਨ ਤੇ ਲਾ ਰਹੇ ਨੇ। ਮੈਨੂੰ ਆਹ ਦੱਸੋ ਜੀ 871 ਕਰੋੜ ਦੀ ਕੀ ਲੋੜ ਪਈ ਸੰਸਦ ਲਾਉਣ ਦੀ? ਹਾਏ ਸਾਡੇ ਪੂਰੇ ਇੰਡੀਆ 'ਚ ਹਸਪੀਟਲ ਨਹੀਂ ਨੇ, ਠੀਕ ਹੈ ਜੀ। ਜਦੋਂ ਅਸੀਂ ਗੱਲ ਹੁਣੇ ਮੈਂ ਤੁਹਾਨੂੰ ਸੁਣਿਆ ਤੁਸੀਂ ਕਹਿ ਰਹੇ ਸੀ ਕਿ ਉੱਥੇ 2 ਪੁਲਿਸ ਵਾਲਿਆਂ ਨੂੰ ਕੋਵਿਡ ਹੋ ਗਿਆ ਜੀ।
ਜਦੋਂ ਕੋਵਿਡ ਸ਼ੁਰੂ ਹੋਇਆ ਸੀ ਸਰਕਾਰ ਕਹਿੰਦੀ 18,000 ਕਰੋੜ ਰੁਪਏ ਅਸੀਂ ਪੂਰੇ ਸ਼ਹਿਰਾਂ ਚ ਲਾਵਾਂਗੇ ਤਾਂ ਕਿ ਉਹਦੇ ਹਸਪੀਟਲ ਬਣਨਗੇ, ਕੋਵਿਡ ਨੂੰ ਕੰਟਰੋਲ ਕੀਤਾ ਜਾਏਗਾ। ਮੈਨੂੰ ਆਹ ਦੱਸੋ ਕਿਹੜਾ ਹਸਪੀਟਲ ਬਣ ਗਿਆ, ਕਿਹੜੇ ਸਰਕਾਰੀ ਹਸਪੀਟਲ 'ਚ ਕੁਝ ਹੋ ਗਿਆ? ਤੇ ਇਹ ਸਿਰਫ ਪੈਸਾ ਖਾਣ ਦੇ ਚਾਲੇ ਨੇ, ਹੋਰ ਕੋਈ ਇਹਨਾਂ ਦਾ ਮਤਲਬ ਨਹੀਂ ਹੈ। ਜੇ ਇਹਨਾਂ ਨੇ ਕਿਸਾਨ ਕਾਨੂੰਨ ਪਾਸ ਕਰਤੇ, ਇਹਦੇ ਨਾਲ ਅਦਾਨੀ ਅੰਬਾਨੀ ਕਾਰਪੋਰੇਟ ਜਿਹੜੇ ਨੇ ਉਹ ਹੋਰ ਮਹਿੰਗਾ ਵੇਚਣਗੇ। ਤੁਸੀਂ ਜਦੋਂ ਦੇਖਿਆ ਦਾਲਾਂ ਸਬਜ਼ੀਆਂ ਜਦੋਂ ਅੰਬਾਨੀਆਂ ਨੇ ਵੇਚਣੀਆਂ ਸ਼ੁਰੂ ਕੀਤੀਆਂ ਮਾਰਕੀਟ 'ਚ 150 ਰੁਪਏ ਕਿਲੋ ਵਿਕਣੀ ਸ਼ੁਰੂ ਹੋਈਆਂ ਜੋ 70 ਰੁਪਏ ਸੀ। ਤੇ ਇਹੀ ਹਾਲ ਆਟੇ ਦਾ ਵੀ ਹੋਣਾ ਹੈ, ਜਦੋਂ ਜਿਹੜਾ ਇਸ ਵੇਲੇ ਨੂੰ 15 20 30 ਰੁਪਏ ਮਿਲਦਾ ਉਹ 150 ਰੁਪਏ ਵਿਕੇਗਾ। ਤੇ ਇਹਦਾ ਮਤਲਬ ਹੈ ਸਰਕਾਰ ਦੇ ਜਿਹੜੇ ਵੀ ਕਾਨੂੰਨ ਨੇ ਗਲਤ ਕਾਨੂੰਨ ਨੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਉਹਨੂੰ ਇੰਨੀ ਹਟੀ ਨਹੀਂ ਕਰਨੀ ਚਾਹੀਦੀ। ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਸਾਨਾਂ ਦੇ ਸਿਰ ਤੇ ਅੱਜ ਖੜੇ ਹਾਂ ਤੇ ਜੇ ਕਿਸਾਨ ਵਿਰੋਧੀ ਜੇ ਅਸੀਂ ਕਿਸਾਨ ਨੂੰ ਨਾਲ ਨਹੀਂ ਚੱਲਾਂਗੇ ਤੇ ਅਸੀਂ ਕਿੱਥੇ ਜਾਵਾਂਗੇ। ਦਿੱਲੀ ਦੇ ਵਿੱਚ ਕਿਸਾਨਾਂ ਦਾ ਜਜ਼ਬਾ ਕਿਸ ਤਰ੍ਹਾਂ ਦਾ ਆ? ਜਿੱਦਾਂ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ, ਕੱਲ ਮੀਂਹ ਵੀ ਵਰਿਆ ਸੀਗਾ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਕਿਸਾਨ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਮਿੱਟੀ 'ਚ ਰਹਿੰਦਾ ਹਰ ਵੇਲੇ, ਔਰ ਮਿੱਟੀ ਦਾ ਵਜ੍ਹਾ ਕਰਕੇ ਉਹ ਇੰਨਾ ਮਜ਼ਬੂਤ ਹੋ ਜਾਂਦਾ ਵੀ ਉਹਨੂੰ ਠੰਡ ਵਗੈਰਾ ਜਾਂ ਗਰਮੀ ਵਗੈਰਾ ਬਿਲਕੁਲ ਨਹੀਂ ਲੱਗਦੀ। ਇਸ ਕਰਕੇ ਉਹ ਉੱਥੇ ਜਿੰਨੇ ਵੀ ਹੈਗੇ ਗਏ ਹੋਏ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਆ, ਉਹ ਕਮਜ਼ੋਰ ਨਹੀਂ ਪੈਣਗੇ ਕਦੀ ਵੀ। ਉਹ ਹਮੇਸ਼ਾ ਆਪਣੀ ਜੰਗ ਜਿੱਤ ਕੇ ਉਸ ਤੋਂ ਬਾਅਦ ਵਾਪਸ ਮੁੜਨਗੇ, ਨਹੀਂ ਤੇ ਕਦੀ ਨਹੀਂ ਵਾਪਸ ਮੁੜਨਗੇ। ਉੱਥੇ ਹੀ ਰਹਿਣਗੇ, ਭਾਵੇਂ ਉਹਨਾਂ ਨੂੰ 6 ਮਹੀਨੇ ਸਾਲ 2 ਸਾਲ ਜਿੰਨਾ ਚਿਰ ਮਰਜ਼ੀ ਰਹਿਣਾ ਪਵੇ, ਭਾਵੇਂ ਆਉਂਦੀਆਂ ਚੋਣਾਂ ਤੱਕ ਰਹਿਣਾ ਪਵੇ 24 ਦੀਆਂ ਤੱਕ, ਪਰ ਉਹ ਵਾਪਸ ਨਹੀਂ ਆਉਣਗੇ ਜਿੰਨਾ ਚਿਰ ਮਤਲਬ ਕਿਸਾਨ ਜੰਗ ਜਿੱਤ ਨਹੀਂ ਲੈਂਦੇ। ਕਿਸਾਨ ਅੰਦੋਲਨ ਜਿਹੜਾ ਆ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ, ਕੀ ਤੁਹਾਨੂੰ ਲੱਗਦਾ ਕਿਸਾਨ ਅੰਦੋਲਨ ਆਪਣੀ ਸਹੀ ਦਿਸ਼ਾ 'ਚ ਜਾ ਰਿਹਾ ਹੈ? ਬਿਲਕੁਲ ਸਹੀ ਦਿਸ਼ਾ 'ਚ ਆ। ਜਦੋਂ ਆਪਣੇ ਹੱਕ ਲੈਣੇ ਹੋਣ ਤੇ ਸਰਕਾਰਾਂ ਨਾਲ ਲੜਨਾ ਪੈਂਦਾ ਆ। ਹੁਣ ਸਰਕਾਰਾਂ ਜੇ ਅੰਨੀਆਂ ਬੋਲੀਆਂ ਗੁੰਗੀਆਂ ਮਤਲਬ ਕਾਰਪੋਰੇਟ ਦੇ ਹੱਥਾਂ ਦੀ ਪੁਤਲੀ ਬਣੇ ਹੋਏ ਆ ਤੇ ਫਿਰ ਸਰਕਾਰਾਂ ਨਾਲ ਲੜਨ ਦਾ ਤਰੀਕਾ ਹੋਰ ਤਾਂ ਕੋਈ ਹੈ ਨਹੀਂ, ਸ਼ਾਂਤਮਈ ਤਰੀਕਾ ਹੀ ਆ। ਇਸ ਕਰਕੇ ਚਾਹੀਦਾ ਤੇ ਇਹ ਆ ਵੀ ਮੋਦੀ ਜਿਹੜਾ ਵਾ ਉਹ ਆਪਣੇ ਜਿਹੜਾ ਦਿਮਾਗ ਦੇ ਉਹਦੇ ਵਿੱਚ ਹੈਗਾ ਗੰਦ ਵੜਿਆ ਉਹਨੂੰ ਕੱਢੇ ਬਾਹਰ ਤੇ ਲੋਕਾਂ ਦੀ ਗੱਲ ਸੁਣੇ। ਇਸ ਵੇਲੇ ਜੇ ਕਿਸਾਨ ਨਹੀਂ ਤੇ ਦੇਸ਼ ਨਹੀਂ। ਕਿਸਾਨ ਦੀ ਆਰਥਿਕਤਾ ਜਿਹੜੀ ਆ ਉਹਦੀ ਵਜ੍ਹਾ ਕਰਕੇ ਹੀ ਦੇਸ਼ ਦੀ ਆਰਥਿਕਤਾ ਮਜ਼ਬੂਤ ਹੁੰਦੀ ਆ। ਤੇ ਮੋਦੀ ਤਾਂ ਜਦੋਂ ਦਾ ਵੀ ਆਇਆ ਉਹਨੇ ਦੇਸ਼ ਦਾ ਬੇੜਾ ਗਰਕ ਕਰਤਾ, ਰਹਿ ਨਹੀਂ ਕੁਛ ਨਹੀਂ ਦਿੱਤਾ ਉਹਨੇ। ਇਸ ਕਰਕੇ ਮਤਲਬ ਜ਼ਰੂਰੀ ਇਹ ਆ ਵੀ ਕਿਸਾਨ ਸਭ ਤੋਂ ਪਹਿਲਾਂ, ਬਾਕੀ ਸਭ ਤੋਂ ਬਾਅਦ 'ਚ ਕਿਸਾਨ ਮਜ਼ਦੂਰ ਸਭ ਤੋਂ ਪਹਿਲਾਂ, ਕਿਉਂਕਿ ਹਰ ਥਾਂ ਤੇ ਬਿਲਡਿੰਗ ਬਣਦੀ ਆ ਤੇ ਮਜ਼ਦੂਰ ਨਾਲ ਹੁੰਦਾ। ਜੇ ਉਪਜ ਹੁੰਦੀ ਆ ਤੇ ਕਿਸਾਨ ਮਜ਼ਦੂਰ ਇਕੱਠੇ ਹੁੰਦੇ ਆ। ਇਸ ਕਰਕੇ ਬਾਕੀ ਦੁਕਾਨਦਾਰ ਉਹ ਬਾਅਦ 'ਚ ਆਉਂਦੇ ਆ, ਉਹ ਤਾਂ ਚੱਲਣੀਆਂ ਦੁਕਾਨਾਂ ਨਹੀਂ ਜੇ ਕਿਸਾਨਾਂ ਦੇ ਕੋਲ ਕੁਝ ਹੋਏਗਾ ਤਾਂ, ਮਜ਼ਦੂਰ ਦੇ ਕੁਝ ਕੋਲ ਹੋਏਗਾ ਤਾਂ, ਨਹੀਂ ਤੇ ਉਹਨਾਂ ਦੀਆਂ ਦੁਕਾਨਾਂ ਨਹੀਂ ਚੱਲਣਗੀਆਂ। ਦੇਖੋ ਕਿ ਡਿਫਰੈਂਟ ਐਂਗਲ ਨੂੰ ਕਿਸਾਨ ਦੀ ਜਿਹੜਾ ਮੋਰਚਾ ਲੱਗਿਆ ਹੋਇਆ ਹੈਗਾ ਉਹਨੂੰ ਡਿਫਰੈਂਟ ਐਂਗਲ ਤੋਂ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਕਦੀ ਕੁਝ ਕਿਹਾ ਜਾਂਦਾ, ਕਦੀ ਕਹਿੰਦੇ ਬਦਾਮ ਦਿਖਾ ਦਿੰਦੇ, ਕਦੀ ਕਾਜੂ ਦਿਖਾ ਦਿੰਦੇ ਹੈਗੇ ਆ, ਕਦੀ ਇਹਨਾਂ ਨੂੰ ਕੋਈ ਜਿਹਨੂੰ ਕਹਿੰਦੇ ਹੈਗੇ ਖਾਲਿਸਤਾਨੀ ਜਾਂ ਕੁਛ ਇੱਦਾਂ ਤਰ੍ਹਾਂ ਪੇਸ਼ ਕਰਨ ਦੇ। ਕਿਸਾਨ ਆਪਣੇ ਮੋਰਚੇ 'ਤੇ ਲੱਗਿਆ ਹੋਇਆ ਹੈ। ਉਹ ਕਹਿੰਦੇ ਸਾਡੇ 3 ਮੁੱਦੇ ਆ, ਸਿਰਫ ਸਾਡੇ 3 ਮੁੱਦੇ ਤੁਸੀਂ ਕਲੀਅਰ ਕਰ ਦਿਓ। ਐਂਡ ਇੰਨਾ ਪੀਸਫੁਲ, ਇੰਨਾ ਸਾਇਲੈਂਟ ਇੱਦਾਂ ਦਾ ਜਿਹੜੀ ਮੂਵਮੈਂਟ ਹੈਗੀ ਆ ਆਰਾਮ ਨਾਲ ਹੋ ਰਹੀ ਆ। ਆਈ ਥਿੰਕ ਇਸ ਤੋਂ ਉੱਤੇ ਕੁਝ ਹੋ ਨਹੀਂ ਸਕਦਾ ਔਰ ਇੱਕ ਇਹ ਜਨ ਅੰਦੋਲਨ ਬਣ ਚੁੱਕਾ ਹੈਗਾ। ਸੋ ਪਲੀਜ਼ ਸਪੋਰਟ ਫਾਰਮਰਸ। ਮੈਂ ਕੁਝ ਕਨਫਿਊਜ਼ਨ ਦੂਰ ਕਰਨਾ ਚਾਹਾਂਗਾ। ਜਿਹੜੇ ਲੋਕੀ ਕਹਿੰਦੇ ਹਨ ਕਿ ਇਹ ਬਿੱਲ ਰਿਜੈਕਟ ਨਹੀਂ ਹੋ ਸਕਦੇ, ਠੀਕ ਹੈ, ਉਹਦੇ ਲਈ ਇੱਕੋ ਹੀ ਮੈਂ ਛੋਟਾ ਜਿਹਾ ਐਗਜ਼ਾਮਪਲ ਦਾਂਗਾ। ਸਾਡੇ 7th ਸ਼ਡਿਊਲ ਕਨਸਟੀਟਿਊਸ਼ਨ ਆਫ ਇੰਡੀਆ ਦੇ ਉੱਥੇ ਸਾਫ਼ ਲਿਖਿਆ ਹੈ ਕਿ ਜਿਹੜਾ ਐਗਰੀਕਲਚਰ ਦੇ ਲਾਜ਼ ਹੈਗੇ ਹਨ ਜਾਂ ਐਗਰੀਕਲਚਰ ਦੈਟ ਇਜ਼ ਸਬਜੈਕਟ ਟੂ ਸਟੇਟ ਕੈਨ ਗਵਰਨ ਐਗਰੀਕਲਚਰ, ਸੈਂਟਰ ਦਾ ਉਹਦੇ 'ਚ ਦਖਲ ਅੰਦਾਜ਼ੀ ਨਹੀਂ ਹੋ ਸਕਦੀ। ਸੋ ਦਿਸ ਇਜ਼ ਅਨਕਨਸਟੀਟਿਊਸ਼ਨਲ ਐਂਡ ਇਟ ਸ਼ੁੱਡ ਬੀ ਰਿਜੈਕਟਡ ਐਟ ਵਾਂਸ। ਦੂਜੀ ਗੱਲ ਕਹਾਂਗਾ, ਇੱਕ ਛੋਟਾ ਜਿਹਾ ਐਗਜ਼ਾਮਪਲ ਹੋਰ ਦੇਣਾ ਚਾਹਾਂਗਾ। ਲੋਕੀ ਕਹਿੰਦੇ ਨੇ ਕਿ ਐਕਸਪਲੋਇਟੇਸ਼ਨ, ਮੈਂ BSNL ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਵਾਂਗਾ। ਹਾਲਾਂਕਿ ਉਹ ਸਰਕਾਰੀ ਅਦਾਰਾ ਹੈ, ਅੱਜ ਤੁਸੀਂ ਉਹਨੂੰ ਕੰਪੇਅਰ ਕਰ ਸਕਦੇ ਹੋ ਜੀਓ ਨਾਲ। ਕੀ ਹਾਲਤ ਹੋ ਗਈ ਹੈ BSNL ਨਾਲ, ਕੱਲ੍ਹ ਇਹੀ ਹਾਲ ਸਾਡਾ ਕਿਸਾਨਾਂ ਦਾ ਹੋਏਗਾ। ਜਿਹੜੇ ਵਪਾਰੀ ਹਨ ਉਹ ਕਿਸੇ ਨੂੰ ਆਪਣਾ ਦਾਨ ਦਕਸ਼ਨਾ ਕਰਨ ਨਹੀਂ ਆ ਰਹੇ, ਉਹ ਵਪਾਰ 'ਚ ਫਾਇਦਾ ਚੱਕਣ ਆ ਰਹੇ ਹਨ ਔਰ ਪੂਰੀ ਤਰੀਕੇ ਨਾਲ ਕਿਸਾਨਾਂ ਦੀ ਐਕਸਪਲੋਇਟੇਸ਼ਨ ਕਰਨਗੇ। ਕਿਸਾਨਾਂ ਕੋਲ ਇੰਨਾ ਕੁ ਐਜੂਕੇਸ਼ਨ ਨਹੀਂ ਕਿ ਉਹਨਾਂ ਨਾਲ ਬਾਰਗੇਨ ਕਰ ਸਕਣ। ਸੋ ਮੈਂ ਚਾਹਾਂਗਾ ਕਿ ਇਹ ਬਿੱਲ ਰਿਜੈਕਟ ਹੋਣ। ਇਹ ਮੈਸੇਜ ਪੂਰਾ ਕੇਂਦਰ ਸਰਕਾਰ ਨੂੰ ਜਾਣਾ ਚਾਹੀਦਾ। ਧੰਨਵਾਦ। ਪਰ ਹੁਣ ਕਾਂਗਰਸ ਨੇ ਜਿਹੜੀ ਹੈ ਬਿਜਲੀ ਪੰਜਾਬ ਦੀ ਉਹ ਅੰਬਾਨੀਆਂ ਦੇ ਹੱਥ ਦੇ ਦਿੱਤੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਤੇ ਜਿਹੜਾ ਇਸ ਵੇਲੇ ਮਸਲਾ ਚੱਲ ਰਿਹਾ ਆ, ਕਿਸਾਨ ਤੇ ਮਜ਼ਦੂਰ ਅਸੀਂ ਇਕੱਠੇ ਆ। ਅਸੀਂ ਮੁੱਢ ਤੋਂ ਵੀ ਇਕੱਠੇ ਰਹੇ, ਪੰਜਾਬ ਦੇ ਅੱਜ ਵੀ ਇਕੱਠੇ, ਸਾਡੇ ਪੇਦਾਦੇ ਵੀ ਇਕੱਠੇ ਰਹੇ ਆ। ਐਲੇ ਗਰੀਬ ਬਹੁਤ ਬੁਰੀ ਤਰ੍ਹਾਂ ਭੁੱਖਾ ਮਰ ਰਿਹਾ, ਬਹੁਤ ਬੁਰੀ ਤਰ੍ਹਾਂ ਹਾਲਤ ਖਰਾਬ ਹੋ ਗਈ। 40-50 ਰੁਪਏ ਖੰਡ ਕੀਤੀ ਆ। ਬਾਣੀ ਦੇ ਵਿੱਚ ਲਿਖਿਆ ਰਵਿਦਾਸ ਜੀ ਹੁਣੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਾਂਭ ਬਸੇ ਰਵਿਦਾਸ ਰਹੇ ਪ੍ਰਸੰਨ। ਇਹ ਕਿਹੜੀਆਂ ਬਾਣੀਆਂ ਪੜ੍ਹਦੇ ਨੇ? ਪਤਾ ਮਜ਼ਦੂਰ ਗਰੀਬ ਮਜ਼ਦੂਰ ਜਿਹੜਾ ਇਹ ਵੀ ਭੁੱਖਾ ਮਰ ਰਿਹਾ, ਕਿਸਾਨ ਜਿਹੜਾ ਗਰੀਬ ਉਹ ਵੀ ਭੁੱਖਾ ਮਰ ਰਿਹਾ। ਇਹ ਕਿਹੜੇ ਰਾਜ ਕਰ ਰਹੇ ਆ ਇਹ? ਮੈਂ ਇਹਨਾਂ ਨੂੰ ਇਹ ਕਹੂੰਗਾ ਮੋਦੀ ਜੀ ਨੂੰ ਵੀ ਜੋ ਵੀ ਨਾ ਸਾਡਾ ਹੱਕ ਹੈ ਸਾਨੂੰ ਦਿੱਤਾ ਜਾਵੇ। ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਮਾੜਾ ਚੰਗਾ ਹੈ, ਨਹੀਂ ਕਹਿੰਦੇ। ਅਸੀਂ ਇਹ ਕਹਿੰਦੇ ਸਾਡਾ ਹੱਕ ਤਾਂ ਸਾਨੂੰ ਦੇਣ। ਐਲੇ ਗਰੀਬ ਬਹੁਤ ਬੁਰੀ ਤਰ੍ਹਾਂ ਭੁੱਖਾ ਮਰ ਰਿਹਾ ਆ। ਇਹਨਾਂ ਦਾ ਸੋਚੋ ਔਰ ਗਾਂ ਵੀ ਸੋਚਣਾ ਹੈ ਤੁਸੀਂ।
ਤੁਹਾਡੀ ਜੋ ਵੀ ਡਰਾਮੇਬਾਜ਼ੀ ਹੈਗੀ ਹੈ ਕਿ ਇਹ ਕਿਸਾਨਾਂ ਦੇ ਫਾਇਦੇ ਦੇ ਬਿੱਲ ਹੈਗੇ ਹੈ ਉਹ ਬੰਦ ਕਰੋ, ਕਿਉਂਕਿ ਕਿਸਾਨ ਆਪਣਾ ਫਾਇਦਾ ਬੜੀ ਭਾਂਤੀ ਜਾਣਦੇ ਹੈ, ਉਹਨਾਂ ਨੂੰ ਪਤਾ ਹੈਗਾ ਕਿ ਕੀ ਉਹਨਾਂ ਲਈ ਸਹੀ ਹੈ ਕੀ ਗਲਤ ਹੈ। ਤਾਂ ਇਹ ਕਿਰਪਾ ਕਰਕੇ ਬਿੱਲ ਵਾਪਸ ਲੈਣ। ਔਰ ਮੋਦੀ ਸਾਹਿਬ ਆਪਣੀ ਤਾਨਾਸ਼ਾਹੀ ਪੰਜਾਬ 'ਚ ਤਾਂ ਨਹੀਂ ਤੁਹਾਡੀ ਚੱਲਣ ਵਾਲੀ। ਤੁਸੀਂ ਸਮਝਦੇ ਸੀਗੇ ਕਿ ਜਿੱਦਾਂ ਬਾਕੀ ਸਟੇਟਾਂ 'ਚ ਆਪਾਂ ਕਰ ਗਏ ਆਪਾਂ ਇੱਧਰ ਪੰਜਾਬ 'ਚ ਵੀ ਕਰ ਦੇਵਾਂਗੇ। ਤਾਂ ਬਸ ਇਹੀ ਹੈ ਕਿ ਇਹ ਬਿੱਲ ਵਾਪਸ ਲਓ ਔਰ ਸਾਡੇ ਵੀਰਾਂ ਨੂੰ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਉਹ ਵਿਚਾਰੇ ਠੰਡਾਂ 'ਚ ਬਾਹਰ ਬੈਠੇ ਹੈ, ਉਹ ਆਪਣੀ ਕੋਈ ਖੁਸ਼ੀ ਨਾਲ ਨਹੀਂ ਬੈਠਾ, ਉਹ ਆਪਣੀ ਜਿਹੜੀ ਉਹ ਇੱਕ ਫੀਲਡਸ ਉਹਨਾਂ ਦੇ ਹੈਗੇ ਆ, ਉਹ ਆਪਣੇ ਬੱਚਿਆਂ ਵਾਂਗੂ ਉਹਨਾਂ ਦੀ ਕਰਦੇ ਆ, ਪੋਸ਼ਣ ਕਰਦੇ ਹੈਗੇ। ਤੁਸੀਂ ਉਹਨਾਂ ਦੀ ਰੋਜ਼ੀ ਰੋਟੀ ਲਾ ਲੂਗੇ ਉਹਨਾਂ ਤੋਂ, ਤਾਂ ਉਹ ਆਪਣੀ ਰੋਜ਼ੀ ਦੀ ਲੜਾਈ, ਆਪਣੀ ਫੀਲਡਸ ਦੀ ਲੜਾਈ ਲਈ ਬੈਠੇ ਹੈਗੇ ਆ। ਤਾਂ ਇਹ ਵਾਪਸ ਲੈਣ ਔਰ ਇਹਨਾਂ 'ਚ ਕੋਈ ਸ਼ੋਧ ਨਹੀਂ ਹੋ ਸਕਦਾ, ਕੋਈ ਅਮੈਂਡਮੈਂਟ ਨਹੀਂ ਹੋ ਸਕਦੀ। ਜਿਸ ਤਰ੍ਹਾਂ ਐਗਰੀਕਲਚਰ ਜਿਹੜਾ ਸਬਜੈਕਟ ਹੈ ਉਹ ਇੱਕ ਸਟੇਟ ਦਾ ਸਬਜੈਕਟ ਹੈ, ਉਹਦੇ ਵਿੱਚ ਸੈਂਟਰ ਦੇ ਜਿਹੜੇ ਦਖਲ ਅੰਦਾਜ਼ੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਪ੍ਰਾਈਵੇਟ ਕਾਰਪੋਰੇਟਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ? ਬਿਲਕੁਲ ਜੀ, ਉਹ ਫਾਇਦਾ ਪਹੁੰਚਾਉਣਾ ਚਾਹੁੰਦੇ, ਉਹਨਾਂ ਦੀ ਨੀਤ ਹੀ ਇਹ ਆ, ਸਾਰਿਆਂ ਨੂੰ ਹੁਣ ਜ਼ਾਹਰ ਹੋ ਗਈ ਆ ਵੀ ਉਹ ਇੱਕ ਫਾਇਦਾ ਹੀ ਪਹੁੰਚਾਉਣ ਲਈ ਸਾਰਾ ਕੁਝ ਕਰ ਰਹੇ ਆ। ਕਿਉਂਕਿ ਮੰਡੀਆਂ ਦਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਆ, ਜਿੰਨਾ ਪੰਜਾਬ, ਹਰਿਆਣਾ ਜਾਂ ਹੋਰ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਸਿਸਟਮ ਬਹੁਤ ਵਧੀਆ ਪਹਿਲਾਂ ਤੋਂ ਚੱਲ ਰਿਹਾ, ਉਹਨੂੰ ਦੁਬਾਰਾ ਤੋਂ ਇਸ ਤਰ੍ਹਾਂ ਕਾਰਪੋਰੇਟ ਦੇ ਹਵਾਲੇ ਕਰਕੇ ਤੇ ਉਹਨੂੰ ਦੁਬਾਰਾ ਇਸ ਤਰ੍ਹਾਂ ਨਿਸਤੋ ਨਬੂਦ ਕਰਨ ਦੀ ਉਹਨਾਂ ਦੀ ਬਹੁਤ ਕੁਝ ਹੀ ਇੱਕ ਸਾਜ਼ਿਸ਼ ਆ। ਸਾਰੇ ਕਿਸਾਨ ਹੁਣ ਮੇਰੇ ਭਰਾ ਜਾਗ ਚੁੱਕੇ ਆ, ਸਾਰਿਆਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਇਹ ਸਰਕਾਰ ਦੀ ਅਸਲ ਨੀਅਤ ਕੀ ਆ। ਕਿਸਾਨ ਨੇ ਉਹ ਅੰਦੋਲਨ ਕਰ ਰਹੇ ਨੇ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਪਿੱਛੇ ਨਹੀਂ ਹਟਣਗੇ। ਤੁਹਾਨੂੰ ਕੀ ਲੱਗਦਾ ਉਹਨਾਂ ਦਾ ਵਿਚਲਾ ਹੱਲ ਕੀ ਨਿਕਲੇਗਾ? ਦੇਖੋ ਜੀ, ਇਹ ਤਾਂ ਇੱਕ ਬਹੁਤ ਗਲਤ ਮੁੱਦਾ ਆ ਜਿਹੜਾ ਉਹ ਕਹਿੰਦੇ ਆ ਹਨਾ, ਕਿਸਾਨ ਕਿੱਦਾਂ ਥੱਲਿਓਂ ਉੱਠ ਕੇ ਉੱਪਰ ਜਾਂਦਾ ਹਨਾ, ਬਹੁਤ ਮਿਹਨਤ ਕਰਦਾ, ਪਹਿਲਾਂ ਹੀ ਫਸਲ ਦਾ ਕੋਈ ਮੁੱਲ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ ਜਿੰਨੀ ਮਿਹਨਤ ਆਉਂਦੀ ਆ। ਉਹ ਤਾਂ ਸਿਰਫ ਇੱਕ ਚਾਲਬਾਜ਼ੀ ਆ ਉਹਨਾਂ ਦੀ ਕਿ ਇਹ ਸਾਡੇ ਅੰਡਰ ਰਹਿਣ, ਜ਼ਮੀਨਾਂ ਖਰੀਦਣਗੇ ਸਾਡੀਆਂ, ਸਾਤੋਂ ਦਿਹਾੜੀਆਂ ਕਰਾਉਣਗੇ, ਉਹਨਾਂ ਦੀ ਸੋਚ ਇਹ ਆ। ਪਰ ਜ਼ਿਮੀਂਦਾਰ ਬਹੁਤ ਔਖਾ ਨਿਆਣੇ ਆਪਣੇ ਪਾਲਦਾ, ਬਹੁਤ ਮਜਬੂਰੀਆਂ, ਝੋਨਾ ਕਿੱਦਾਂ ਪਾਲਦਾ, ਉਹਨਾਂ ਨੂੰ ਕੀ ਪਤਾ ਅੰਦਰ ਹੈ ਨਾ ਏਸੀ 'ਚ ਰਹਿਣ ਵਾਲਿਆਂ ਨੂੰ। ਜਿਸ ਤਰ੍ਹਾਂ ਕੇਂਦਰ ਸਰਕਾਰ ਬਾਰ-ਬਾਰ ਆਪਣੇ ਮੁੱਦੇ ਤੇ ਅੜੀ ਹੋਈ ਹੈ ਕਿ ਉਹ ਕਾਨੂੰਨ ਵਾਪਸ ਲੈਣ ਦੀ ਮੰਗ ਤੇ ਕਾਨੂੰਨ ਵਾਪਸ ਨਹੀਂ ਲੈਣਾ ਚਾਹੁੰਦੀ, ਪਰ ਜਿਹੜੇ ਕਿਸਾਨ ਨੇ ਉਹ ਕਾਨੂੰਨ ਵਾਪਸ ਲੈਣ ਦੀ ਮੰਗ ਤੇ ਅੜੇ ਹੋਏ ਨੇ। ਹੁਣ ਤੁਹਾਨੂੰ ਕੀ ਲੱਗਦਾ ਇਹਦਾ ਵਿਚਲਾ ਹੱਲ ਕੀ ਨਿਕਲੇਗਾ ਤੇ ਕਦੋਂ ਤੱਕ ਉਮੀਦ ਹੈ ਹੱਲ ਦੀ? ਮੇਰਾ ਨਾਮ ਪਲਵਿੰਦਰ ਸਿੰਘ, ਪਿੰਡ ਰੁੜਕੀ, ਭਾਰਤੀ ਕਿਸਾਨ ਯੂਨੀਅਨ। ਇਹ ਕਾਨੂੰਨ ਰੱਦ ਹੋਣਗੇ, ਇਸ ਤੋਂ ਸਿਵਾ ਸਾਡੀ ਕੋਈ ਮੰਗ ਨਹੀਂ। ਇਸ ਤੇ ਅੜੇ ਹੋਏ ਨਹੀਂ ਹੈਗੇ, ਇਹ ਸਾਡਾ ਹੱਕ ਆ। ਸਰਕਾਰਾਂ ਅੜੀਆਂ ਹੋਈਆਂ ਨੇ, ਸਰਕਾਰਾਂ ਅੜੀਆਂ ਹੋਈਆਂ, ਅੜਦੀਆਂ ਰਹਿਣ, ਅੱਗੇ ਵੀ ਅੜਦੀਆਂ ਰਹਿੰਦੀਆਂ ਸੀ, ਅੱਗੇ ਪਿੱਛੇ ਵੀ ਅੜਦੀਆਂ ਰਹਿਣਗੀਆਂ। ਪਰ ਇਸ ਵੇਲੇ ਜਿਹੜੀ ਮੂਵਮੈਂਟ ਬਣੀ ਆ ਉਹ ਹੱਕ ਆਪਣੇ ਹੱਕ ਲੈ ਕੇ ਰਵਾਂਗੇ। ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਇਸੇ ਤਰ੍ਹਾਂ ਹੀ ਸੰਘਰਸ਼ ਨੂੰ, ਆਪਣੇ ਅੰਦੋਲਨ ਨੂੰ ਚਾਲੂ ਰੱਖਣ ਔਰ ਜਿੰਨਾ ਚਿਰ ਵੀ ਸਰਕਾਰਾਂ ਅੜੀਆਂ ਆ ਉਹਨਾਂ ਦਾ ਅੜਿੱਕਾ ਕੱਢਣਾ ਤੇ ਫੇਰ ਹੀ ਇਹ ਸਾਰਾ ਕੰਪਲੀਟ ਹੋਣਾ। ਇਸ ਕਰਕੇ ਬੇਨਤੀ ਆ, ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਜਿੰਨੇ ਸਾਡੇ ਵੀਰ ਭਰਾ ਭੈਣਾਂ ਇਸ ਵੇਲੇ ਜਿਹੜੇ ਸਿੰਘੂ ਬਾਰਡਰ, ਹੋਰ ਜਿੰਨੇ ਵੀ ਬਾਰਡਰ ਆ, ਉਹਨਾਂ ਦੇ ਉੱਤੇ ਸੰਘਰਸ਼ ਜਾਰੀ ਆ ਔਰ ਸੰਘਰਸ਼ ਜਾਰੀ ਰਹੂਗਾ। ਇਹ ਪਿੱਛੇ ਮੁੜਨ ਵਾਲੀ ਗੱਲ ਨਹੀਂ। ਹੁਣ ਸਾਡੇ ਹਮੇਸ਼ਾ ਹੀ ਪੰਜਾਬੀਆਂ ਦਾ ਔਰ ਪੰਜਾਬੀਆਂ ਦਾ ਕੀ ਇਸ ਵੇਲੇ ਸਾਰੇ ਹਿੰਦੁਸਤਾਨ ਦਾ ਹੀ, ਭਾਰਤ ਦਾ ਇਹ ਸੰਕਲਪ ਆ ਕਿ ਮੋਦੀ ਨੂੰ ਝੁਕਣਾ ਪਏਗਾ। ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਡੀਸੀ ਆਫਿਸ ਦੇ ਬਾਹਰ ਜਿਹੜੀ ਇਹ ਰੈਲੀ ਪਹੁੰਚ ਚੁੱਕੀ ਹੈ। ਡੀਸੀ ਆਫਿਸ ਦਾ ਘਿਰਾਓ ਕਰਨ ਲਈ ਜਿਹੜੀ ਕਿਸਾਨ ਜਥੇਬੰਦੀਆਂ ਨੇ ਤਿਆਰ ਨੇ। ਇਹ ਕੀ ਕਹਿੰਦੇ ਨੇ, ਇੱਥੇ ਪਹੁੰਚ ਕੇ ਕੀ ਗੱਲਬਾਤ ਕਰਦੇ ਆ, ਇਹਨਾਂ ਨਾਲ ਕੀ ਕਹਿਣਾ ਚਾਹੁੰਦੇ ਨੇ? ਇਸ ਧਰਨੇ ਦੇ ਵਿੱਚ ਨੌਜਵਾਨ, ਬਜ਼ੁਰਗ, ਹਰ ਤਰ੍ਹਾਂ, ਹਰ ਵਰਗ ਦੇ ਲੋਕ ਜਿਹੜੇ ਨੇ ਉਹ ਮੌਜੂਦ ਨੇ। ਕਿਸਾਨਾਂ ਦੇ ਸਮਰਥਨ ਰੈਲੀ ਕੱਢੀ ਜਾ ਰਹੀ ਹੈ। ਕਿਸਾਨਾਂ ਦੇ ਸਮਰਥਨ 'ਚ ਜਿਹੜੀ ਹੈ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੇਂਦਰ ਦੇ ਖਿਲਾਫ ਜਿਹੜਾ ਆ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਕੇਂਦਰ ਦੇ ਖਿਲਾਫ ਨਾਅਰੇਬਾਜ਼ੀ ਜੰਮ ਕੇ ਕੀਤੀ ਜਾ ਰਹੀ ਹੈ। ਨੌਜਵਾਨਾਂ ਦੇ ਵਿੱਚ ਜੋਸ਼ ਦੇਖਣ ਵਾਲਾ ਆ। ਦਿੱਲੀ ਦੇ ਵਿਰੁੱਧ ਗਾਣੇ, ਦਿੱਲੀ ਦੇ ਸਰਕਾਰ ਦੇ ਵਿਰੁੱਧ ਗਾਣੇ ਵਜਾਏ ਜਾ ਰਹੇ ਨੇ। ਗਾਣੇ ਜਿਹੜੇ ਨੇ ਧਰਨੇ ਦੇ ਵਿੱਚ ਹੋਰ ਜੋਸ਼ ਭਰ ਰਹੇ ਨੇ ਨੌਜਵਾਨਾਂ ਦੇ ਵਿੱਚ। ਲੱਲੀਆਂ ਖੁਰਦ ਤੋਂ ਆਏ ਹੋਏ ਆ ਜੀ। ਬਾਕੀ ਇਹ ਸਾਰੀ ਜਿਹੜੀ ਸੰਗਤ ਆ ਇਹ ਆਪਣੇ ਜਲੰਧਰ ਇਲਾਕੇ ਦੀ ਆ।
ਇਹ ਸਾਰੇ ਜਿਹੜੇ ਰੋਸ ਲਈ ਆਏ ਆ, ਜਿਹੜਾ ਮੋਦੀ ਬਿੱਲ ਨਹੀਂ ਵਾਪਸ ਲੈ ਰਿਹਾ, ਇਹਦੇ ਕਰਕੇ ਆਪਣੇ ਪੰਜਾਬ 'ਚ ਕੀ ਦਿੱਲੀ 'ਚ ਵੀ ਬਹੁਤ ਜ਼ਿਆਦਾ ਇਕੱਠ ਆ। ਇਸ ਕਰਕੇ ਹਰ ਇੱਕ ਨੂੰ ਸੋਚਣਾ ਚਾਹੀਦਾ ਆ ਕਿ ਇਹ ਮਾੜੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਆ। ਲੋਕ ਕਹਿੰਦੇ ਨੇ ਇਹਨਾਂ ਧਰਨਿਆਂ ਉੱਤੇ ਕਿਸਾਨ ਨਹੀਂ ਗਏ, ਮੈਂ ਕਹਿੰਦਾ ਇਹਨਾਂ ਧਰਨਿਆਂ ਉੱਤੇ ਇਨਸਾਨ ਨਹੀਂ ਗਏ। ਜਿਹੜੇ ਇਨਸਾਨ ਨਹੀਂ ਆ ਆਪਣੇ ਘਰਾਂ 'ਚ ਹਲੇ ਬੈਠੇ, ਜਿਨ੍ਹਾਂ ਦੀ ਜ਼ਮੀਰ ਮਰੀ ਆ, ਚਮਚੇ ਲੋਕੀ ਜਿਹੜੇ ਉਹ ਘਰਾਂ ਦੇ ਵਿੱਚ ਬੈਠੇ ਹੋਏ ਨੇ। ਬਾਕੀ ਹਰ ਕਿਸਾਨ, ਹਰ ਵਰਗ ਜਿਹੜਾ ਇਕੱਠਾ ਹੋ ਕੇ ਧਰਨਿਆਂ ਦਾ ਸਹਿਯੋਗ ਦੇ ਰਿਹਾ ਹੈ ਜੀ। ਮੀਡੀਆ ਦੀ ਭੂਮਿਕਾ ਪਹਿਲਾਂ ਬਹੁਤ ਮਾੜੀ ਸੀਗੀ, ਹਿੰਦੀ ਮੀਡੀਆ ਵਾਲੇ ਹਾਲੇ ਵੀ ਮਾੜੇ ਆ, ਗੋਦੀ ਮੀਡੀਆ ਨਹੀਂ ਆਇਆ। ਬਾਕੀ ਸਾਰਿਆਂ ਦਾ ਬਹੁਤ ਧੰਨਵਾਦ, ਬਹੁਤ ਸਹਿਯੋਗ ਆ ਜੀ। ਜੀ ਕੇਂਦਰ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਰਾਹੀਂ? ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜੇ ਮਾੜੀ ਨੀਤੀ ਇਹਨਾਂ ਨੇ ਅਪਣਾਈ ਆ, ਬਿੱਲ ਅਪਣਾਏ, ਇਹਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣ ਤੇ ਪਿਆਰ ਦਾ ਸੁਨੇਹਾ ਹਰ ਇੱਕ ਜਗ੍ਹਾ ਜਾਵੇ। ਗੁਰੂ ਨਾਨਕ ਦੀ ਕਿਰਪਾ ਹੈ ਜੀ, ਇਹ ਜਿੰਨਾ ਚਿਰ ਮਰਜ਼ੀ ਸੰਘਰਸ਼ ਚਲਾਉਣ, 6 ਮਹੀਨੇ 8 ਮਹੀਨੇ ਕੋਈ ਫਰਕ ਨਹੀਂ ਪੈਣਾ। ਅਸੀਂ ਦਿੱਲੀ ਗਏ ਸੀਗੇ, ਸਾਡੇ ਵਿਆਹ ਸੀ, ਉਹਦਾ ਕਰਕੇ ਅਸੀਂ ਵਾਪਸ ਆਏ ਆ। ਕੱਲ ਫੇਰ ਦੁਬਾਰਾ ਦਿੱਲੀ ਵਾਪਸ ਜਾਵਾਂਗੇ। ਕੇਂਦਰ ਨੂੰ ਤਾਂ ਇੱਕੋ ਗੱਲ ਹੀ ਕਹਿੰਦੇ ਜੀ, ਉਦੋਂ ਤੇ ਕਿਸਾਨ ਸੜਕਾਂ ਤੇ ਪਏ ਆ ਵੀ ਇਹ ਹੀ ਆ ਵੀ ਜਿਹੜੇ ਕਿਸਾਨ ਵਿਰੋਧੀ ਬਿੱਲ ਆ ਉਹਨਾਂ ਨੂੰ ਵਾਪਸ ਲਿਆ ਜਾਵੇ, ਬਸ ਇਹੀ ਮੰਗ ਆ ਜੀ। ਸਰ ਜਿਸ ਤਰ੍ਹਾਂ ਦਿੱਲੀ 'ਚ 18ਵਾਂ ਦਿਨ ਚੱਲ ਰਿਹਾ ਅੰਦੋਲਨ ਦਾ, ਇੰਨੀ ਕੜਾਕੇ ਦੀ ਠੰਡ ਹੈ, ਮੀਂਹ ਵੀ ਵਰ ਰਿਹਾ, ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੂੰ ਕੀ ਹੁਣ ਜਲਦ ਤੋਂ ਜਲਦ ਫੈਸਲਾ ਕਰ ਲੈਣਾ ਚਾਹੀਦਾ ਹੈ? ਕਿਸਾਨਾਂ ਦਾ ਇਹ ਬੇਨਤੀਆਂ ਕਰੀ ਜਾਂਦੇ, ਕੋਈ ਹਿੰਸਾ ਦੀ ਲੜਾਈ ਨਹੀਂ ਲੜਦੇ, ਬੈਠ ਕੇ ਸ਼ਾਂਤਮਈ ਲੜਾਈ ਕਰਦੇ ਆ। ਇਹੀ ਆ ਬਸ ਵੀ ਜਲਦੀ ਤੋਂ ਜਲਦ ਜਿਹੜੇ ਆਪਦੇ ਬਿੱਲ, ਤਿੰਨੇ ਬਿੱਲ ਜਿਹੜੇ ਆ ਕਿਸਾਨਾਂ ਵਿਰੋਧ, ਉਹ ਰੱਦ ਕੀਤੇ ਜਾਣ। ਸਤਿ ਸ਼੍ਰੀ ਅਕਾਲ ਸਰ ਕਿੱਥੋਂ ਆਏ ਹੋ? ਅਸੀਂ ਪਿੰਡ ਸਹਿਮ ਤੋਂ ਆਏ ਆ। ਸਰ ਕੇਂਦਰ ਬਾਰੇ, ਜਿਹੜੇ ਕੇਂਦਰ ਦੇ ਖੇਤੀਬਾੜੀ ਕਾਨੂੰਨ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ? ਖੇਤੀ ਕਾਨੂੰਨ ਲੈ ਕੇ ਸਾਰੇ ਕਾਲੇ ਧੰਦੇ ਕੀਤੇ ਹੋਏ ਆ, ਉਹਨਾਂ ਵਾਸਤੇ ਆਏ ਹੋਏ ਆ। ਬਾਕੀ ਸਾਡੇ ਆਗੂ ਵੱਡੇ ਮੋਹਰੇ ਗਏ ਹੋਏ ਆ। ਕੇਂਦਰ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਜੀ ਹੁਣ ਹਜੇ ਸੁਨੇਹਾ ਹੀ ਦੇਈ ਜਾਣਾ ਜੀ, ਇੰਨਾ ਚਿਰ ਸੁਨੇਹਾ ਹੁੰਦੇ ਇਹਨਾਂ ਹੋ ਗਿਆ। ਇਹ ਤਾਂ ਹੁਣ ਤੁਹਾਨੂੰ ਪਤਾ, ਸਾਰੇ ਪੂਰੇ ਵਰਲਡ ਨੂੰ ਪਤਾ ਲੱਗ ਚੁੱਕਾ ਵੀ ਕਦੋਂ ਕੌਣ ਫਾਰਮਰ ਕਿਉਂ ਹੱਕ ਪੂਰੇ ਇੰਡੀਆ ਦਾ ਕਿਉਂ ਮੰਗ ਰਿਹਾ, ਕੀ ਆ। ਇਹ ਤਿੰਨੇ ਹੱਕ ਤੁਹਾਨੂੰ ਵੀ ਪਤਾ ਸਿੱਧੇ ਤੇ ਅਸਿੱਧੇ ਤੌਰ ਤੇ ਵੱਡੇ ਘਰਾਣਿਆਂ ਲਈ ਬਣਾਏ ਗਏ ਆ। ਹੁਣ ਜਦੋਂ ਸਾਡਾ ਕੁਝ ਜਿੱਦਾਂ ਜਿਹੜੀ MSP ਆ, ਉਹ ਪਹਿਲੇ ਜਿਹੜੇ ਦੂਜੇ ਰਾਜਾਂ 'ਚ ਖਤਮ ਹੋਈ ਸੀ, ਉੱਥੇ ਦਾ ਕਿਸਾਨਾਂ ਜਾ ਕੇ ਹਾਲ ਦੇਖ ਲਓ ਕੀ ਬਣਿਆ ਆ। ਇਹ ਤਾਂ ਤਿੰਨ ਜਿਹੜਾ ਹੈਗਾ ਜਿਹੜਾ ਮੇਨ ਪੁਆਇੰਟ, ਜਿਹੜਾ ਆਮ ਲੋਕੀ ਜਿਹੜੇ ਕਹਿੰਦੇ ਆ ਨਾ ਕਿ ਸਾਡਾ ਨਹੀਂ ਇਹਦੇ ਵਿੱਚ ਲੈਣ ਦੇਣਾ, ਉਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਸਟੋਰੇਜ ਵਾਲੀ ਪ੍ਰੋਬਲਮ ਆ ਨਾ, ਸਟੋਰੇਜ ਵਾਲੀ ਪ੍ਰੋਬਲਮ ਉਹ ਸਾਰੇ ਲਈ ਔਖਾ ਹੋਊਗਾ। ਪਹਿਲਾਂ ਤਾਂ ਸੀਮਾ ਸੀਗੀ ਜਿਹੜੀ ਸਟੋਰੇਜ ਲਈ, ਜਿੱਦਾਂ ਵੱਡੇ ਵਪਾਰੀ ਜਿਹੜੇ ਸਟੋਰ ਕਰ ਲੈਂਦੇ ਸੀਗੇ, ਉਹ ਸੀਮਾ ਸੀ ਉਹਨਾਂ ਤੇ ਜਿੱਦਾਂ ਫੜਤ ਸੀਗੀ। ਹੁਣ ਇਹਦੀ ਕੋਈ ਸੀਮਾ ਨਹੀਂ ਰੱਖੀ ਗਈ। ਬਿੱਲ ਬਹੁਤ ਵੱਡਾ, ਪੜ੍ਹਨ ਦੀ ਲੋੜ ਆ ਜਿਹੜੇ ਨਹੀਂ ਪੜ੍ਹਦੇ ਪਏ, ਤੇ ਜੇ ਉਹਦੇ ਵਿੱਚ ਜੇ ਹੁਣ ਸੀਮਾ ਹੀ ਨਹੀਂ ਕੋਈ ਰਹੂਗੀ। ਹੁਣ ਤੁਸੀਂ ਆਪਾਂ ਸਾਰੇ ਆ, ਜਿੱਦਾਂ ਹੁਣ ਕਿਸਾਨ ਨੇ ਤਾਂ ਭੇਜ ਤੇ 2-3 ਰੁਪਏ 'ਚ ਚੱਲ ਵਿਕ ਗਿਆ, ਜਿੱਦਾਂ ਵੀ ਆ, ਉਹਨੇ ਸਟੋਰ ਕਰੀ ਜਾਣਾ ਵਪਾਰੀ ਨੇ। ਉਹਨੇ ਉਦੋਂ ਕੱਢਣਾ ਜਿੱਥੇ ਪਹਿਲਾਂ 10 ਟਰਾਲੀਆਂ, ਜਿੱਦਾਂ 10 ਗੱਡੀਆਂ ਜਾਂਦੀਆਂ ਸੀ ਮੰਡੀ 'ਚ। ਹੁਣ ਉੱਥੇ ਜੇ ਤੁਸੀਂ ਇੱਕ ਹਿਸਾਬ ਦੀ ਜਦੋਂ ਆ ਤੁਸੀਂ ਪੜ੍ਹਿਆ ਹੋਣਾ ਅਰਥ, ਜਿਹੜੀ ਆ ਕੀ ਪੜ੍ਹਦੇ ਹੁੰਦੇ ਆਪਾਂ ਕਮਰਸ 'ਚ, ਉਹ ਜਿਹੜਾ ਜਾਣ ਕੇ ਜਦੋਂ ਆਪਣੀ ਉਹ ਡਿਮਾਂਡ ਵੱਧਦੀ ਆ, ਜਦੋਂ ਪਿੱਛੋਂ ਕੁਆਂਟੀਟੀ ਘਟਦੀ ਆ, ਡਿਮਾਂਡ ਵੱਧਦੀ ਆ ਜਿਹਦੀ, ਉਹਦਾ ਪ੍ਰਾਈਸ ਵੀ ਅਪ ਹੁੰਦਾ। ਉਹਨਾਂ ਨੇ ਆਪਣੀ ਮਰਜ਼ੀ ਨਾਲ ਕੱਢਣਾ। ਇਹ ਤੀਜਾ ਪੁਆਇੰਟ ਆ ਜਿਹੜਾ ਤਾਂ ਇੱਕ ਤਾਂ ਹੈਗਾ ਸੈਂਟਰ ਨੇ ਅਦਾਲਤ ਦਾ ਵਿੱਚ ਕੋਈ ਰੌਲ ਹੀ ਨਹੀਂ ਰੱਖਿਆ। SDM ਤੱਕ ਕੀ ਕਰ ਦੂੰਗੇ, ਆ ਹੁਣ ਵੀ ਆਏ SDM ਨੇ ਕੀ ਕਰ ਲੈਣਾ, ਕੁਝ ਵੀ ਨਹੀਂ ਹੋਣਾ। ਜਦ ਅਦਾਲਤਾਂ ਦਾ ਵਿੱਚ ਕੁਝ ਰਹੂਗਾ, ਰੌਲਾ ਫੇਕ ਹੀ ਰਹਿ ਗਿਆ ਉੱਥੇ। ਆਖਰ ਨੂੰ ਬੰਦਾ ਕੋਈ ਵੀ ਆ, ਜਦੋਂ ਇੱਕ ਕਿਸੇ ਨਾਲ ਕੋਈ ਲੜਾਈ ਵੀ ਹੁੰਦੀ ਆ, ਕੀ ਕਹਿੰਦਾ ਬੰਦਾ, ਮੈਂ ਤੈਨੂੰ ਅਦਾਲਤ 'ਚ ਦੇਖ ਲੂੰ, ਉੱਤੇ ਵਿਸ਼ਵਾਸ ਆ। ਜਦ ਅਦਾਲਤ ਦੇ ਵਿੱਚ ਕੋਈ ਰੋਲ ਹੀ ਨਹੀਂ ਰੱਖਿਆ ਤੇ ਵੇ ਲੈਣਾ ਜਿਹੜਾ ਕੀ ਰਹਿ ਗਿਆ ਨਾ ਵਿੱਚ। ਇਹ ਸਿੱਧਾ ਸਾਰਿਆਂ ਨੂੰ ਪਤਾ ਆ ਵੀ ਮੋਦੀ ਸਰਕਾਰ ਕਿਹਨਾਂ ਦਾ ਕਰਕੇ ਕਰਦੀ ਆ। ਹੁਣ ਦੇਖੋ ਉਹਦੇ ਪੋਤਾ ਹੋਇਆ, ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਅੰਬਾਨੀ ਦੇ, ਸਾਰਿਆਂ ਨੂੰ ਪਤਾ, ਪਹੁੰਚ ਗਿਆ ਉੱਥੇ। ਤੇ ਇੱਧਰ ਜਿਹੜੇ ਬੈਠੇ ਆ, ਸਾਡੀਆਂ ਮਾਵਾਂ ਬੈਠੀਆਂ ਉੱਥੇ। ਬਿਲਕੁਲ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ। ਦੇਖੋ ਜਿਹੜਾ ਲੋਕਤੰਤਰ ਤੇ ਇਹਨਾਂ ਦੇ ਵਿਚਕਾਰ ਸਿਰਫ ਜ਼ਮੀਨਾਂ ਰਹਿ ਗਈਆਂ ਸੀਗੀਆਂ, ਨਹੀਂ ਤਾਂ ਕੱਲ ਨੂੰ ਇਹ ਲੋਕ ਤਖਤ ਲਾ ਕੇ ਬੈਠਣਗੇ ਔਰ ਲੋਕਤੰਤਰ ਦਾ ਘਾਣ ਕਰਨਗੇ। ਕਿਸਾਨ ਅੰਦੋਲਨ ਦੀ ਰੈਲੀਆਂ ਦੇ ਵਿੱਚ ਇੱਕ ਬੁੱਕ ਸਟਾਲ ਵੀ ਲਗਾਇਆ ਗਿਆ ਹੈ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨਾਲ ਦੀ ਨਾਲ ਗਿਆਨ ਵੰਡਦੇ ਹਾਂ, ਹਰ ਇੱਕ ਧਰਨੇ ਤੇ ਜਾ ਕੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਗਿਆਨ ਵੰਡ ਰਹੇ ਹਾਂ। ਕਿਤਾਬਾਂ ਇੱਥੇ ਸ਼ਹੀਦ ਭਗਤ ਸਿੰਘ ਜੀ ਦੀ ਵੀ ਪੋਸਟਰ ਰੱਖੇ ਗਏ ਨੇ, ਲੋਕਾਂ ਨੂੰ ਜੋੜਿਆ ਜਾ ਰਿਹਾ ਹੈ। ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਵੀ ਬੁੱਕ ਪਈ ਹੈ ਇੱਥੇ, ਉਹ ਪਈ ਹੈ। ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਮੇਰਾ ਨਾਂ ਹਰਭਜਨ ਹੈ, ਮੈਂ ਕਿਤਾਬਾਂ ਦਾ ਬੁੱਕ ਸਟਾਲ ਲਗਾਉਣਾ। ਮੇਰੇ ਕੋਲ ਉਸਾਰੂ ਸਾਹਿਤ, ਲੱਚਰ ਸਾਹਿਤ ਦੀ ਅਸੀਂ ਵਿਰੋਧਤਾ ਕਰਦੇ ਹਾਂ। ਭਰੂਣ ਹੱਤਿਆ, ਸਮਾਜਿਕ ਬੁਰਾਈਆਂ ਨੂੰ ਠੱਲ ਕਿਤਾਬਾਂ ਦੇ ਗਿਆਨ ਨਾਲ ਹੀ ਪਾਈ ਜਾ ਸਕਦੀ ਆ। ਇੱਕ ਚੰਗੇ ਗਿਆਨਵਾਨ ਹੋਣਾ ਚੰਗੇ ਸਮਾਜ ਸੁਧਾਰ ਦੀ ਨਿਸ਼ਾਨੀ ਆ। ਮੈਂ ਜਦੋਂ ਵੀ ਧਰਨਾ, ਰੈਲੀਆਂ, ਪ੍ਰਦਰਸ਼ਨ ਲੱਗਦੀਆਂ, ਪੰਜਾਬ ਦੇ ਬੁੱਕ ਸਟਾਲ ਲੱਗਦੇ ਕਿਤੇ ਵੀ, ਉਸ ਵੇਲੇ ਲੱਗਦੀਆਂ, ਉੱਥੇ ਆਪਣਾ ਇਹ ਪ੍ਰਦਰਸ਼ਨੀ ਲੈ ਕੇ ਜਾਂਦਾ ਆ ਤਾਂ ਕਿ ਸਮਾਜ ਵਿੱਚ ਇੱਕ ਨਵੀਂ ਸੇਧ ਜਾ ਸਕੇ। ਮੇਰੇ ਕੋਲ ਬਹੁਤ ਸਾਰੇ ਪੰਜਾਬੀ ਦੇ ਲੇਖਕ, ਜਿਨ੍ਹਾਂ ਵਿੱਚ ਚੰਗੇ ਉਸਾਰੂ ਸਾਹਿਤ ਦੀ ਗਿਆਨੀ ਗੁਰਦੇਵ ਸਿੰਘ ਦੀ ਕਿਤਾਬ ਮੇਰੇ ਪਿੰਡ ਔਰ ਵੋਲਗਾ ਤੋਂ ਗੰਗਾ ਤੱਕ ਆ, ਲੋਕ ਗੀਤ ਤੱਕ ਆ,
ਓਮ ਪ੍ਰਕਾਸ਼ ਵਾਲਮੀਕੀ ਦੀ ਕਿਤਾਬ ਝੂਠ ਆ, ਡਾਕਟਰ ਅੰਬੇਡਕਰ ਸਾਹਿਤ ਹੁੰਦਾ ਆ, ਭਗਤ ਸਿੰਘ ਦੀਆਂ ਕਿਤਾਬਾਂ ਹੁੰਦੀਆਂ ਆ ਜਿਹੜੀਆਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ। ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਨੌਜਵਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਚੰਗੀਆਂ ਕਿਤਾਬਾਂ ਪੜ੍ਹੋ, ਚੰਗਾ ਗਿਆਨ ਵੰਡੋ ਤਾਂ ਕਿ ਸਮਾਜ ਵਿੱਚ ਬਦਲਾਅ ਲਿਆਂਦਾ ਜਾ ਸਕੇ। ਇਹ ਜੋ ਸੀਗੇ ਇੱਕ ਪੱਤਰਕਾਰ ਵੀ ਸੀ ਪਹਿਲਾਂ, ਹੁਣ ਕਿਤਾਬਾਂ ਦਾ ਸਟਾਲ ਲਗਾਉਂਦੇ ਨੇ। ਇਹਨਾਂ ਦਾ ਕਹਿਣਾ ਹੈ ਕਿ ਧਰਨੇ ਹਰ ਇੱਕ ਰੈਲੀ ਤੇ ਉਹ ਜਾ ਕੇ ਕਿਤਾਬਾਂ ਦਾ ਸਟਾਲ ਲਗਾਉਂਦੇ ਨੇ ਜਿਹਦੇ ਵਿੱਚ ਭਾਰਤ ਦਾ ਸੰਵਿਧਾਨ ਸ਼ਾਮਿਲ ਹੈ। ਕਿਤਾਬਾਂ ਜਿਹੜੀਆਂ ਨੇ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀਆਂ ਵੀ ਕਿਤਾਬਾਂ ਰੱਖੀਆਂ ਜਾਂਦੀਆਂ ਨੇ। ਲੋਕਾਂ ਨੂੰ ਕਲਚਰ ਦੇ ਨਾਲ ਜੋੜਨ ਲਈ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਸਟਾਲ ਲਗਾਏ ਨੇ। ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਨੇ ਇੱਥੇ। ਉਹ ਇਹਨਾਂ ਦਾ ਕਹਿਣਾ ਹੈ ਕਿ ਸਮਾਜ ਨੂੰ ਜਿਹੜੀ ਹੈ ਦਿਸ਼ਾ ਮਿਲਦੀ ਹੈ, ਸਮਾਜ ਦੀ ਬੁਨਿਆਦ ਜਿਹੜੀ ਗਿਆਨ ਨਾਲ ਹੁੰਦੀ ਹੈ। ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਸਾਨੂੰ ਸਮਝਾਇਆ। ਮੋਦੀ ਨੂੰ ਕੁੱਟ ਰਹੇ ਸੀਗੇ, ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਤੁਹਾਨੂੰ? ਉਹਨੇ ਤਾਂ ਸਾਨੂੰ ਮਾਰ ਹੀ ਲਿਆ, ਭੁੱਖੇ ਮਾਰਨ ਦੇ ਹੱਲ ਕਰਤੇ ਆ। ਅਸੀਂ ਜ਼ਿਮੀਦਾਰੀਆਂ, ਸਾਨੂੰ ਹੋ ਗਿਆ 2.5 ਮਹੀਨੇ ਰਲਦਿਆਂ ਨੂੰ ਸੜਕਾਂ ਦੇ ਉੱਤੇ। ਅਸੀਂ ਤਾਂ ਇਹਨੂੰ ਕੁੱਟਦੇ ਹਾਂ, ਤਾਂ ਇਹਨੂੰ ਜਲੀਲ ਕਰਦੇ ਹਾਂ ਵੀ ਕੁਛ ਨਾ ਕੁਛ ਤਾਂ ਫਰਕ ਪਵੇ। ਸਾਨੂੰ ਇੰਨਾ ਰੋਲਿਆ ਇਹਨੇ, ਸਾਨੂੰ ਰੋੜਿਆ। ਹੁਣ ਸਾਡੇ ਨਾਲ ਧੱਕੇਸ਼ਾਹੀ ਕੀਤੀ, ਜ਼ਮੀਨਾਂ ਖੋਹਣ ਨੂੰ ਫਿਰਦਾ। ਹੋਰ ਦੱਸੋ ਸਾਡਾ ਇਹਨੇ ਕੀ ਕਰਨਾ? ਕੇਂਦਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੋਦੀ ਨੂੰ? ਮੋਦੀ ਨੂੰ ਅਸੀਂ ਕਹਿੰਦੇ ਆ ਜਾਂ ਤਾਂ ਤੂੰ ਮਰ ਜਾ। ਹੱਥ ਕੜੀਆਂ ਹੱਥਾਂ ਦੇ ਗਹਿਣੇ, ਹੱਥ ਕੜੀਆਂ ਹੱਥਾਂ ਦੇ ਗਹਿਣੇ, ਪੈਰਾਂ ਵਿੱਚ ਵੇੜੀ ਛੰਨ ਕੇ ਹੋਵੇੜੀ ਛੰਨ ਕੇ, ਪੈਰਾਂ ਵਿੱਚ ਵੇੜੀ ਛੰਨ ਕੇ ਹੋਵੇੜੀ ਛੰਨ ਕੇ। ਮਾਝੇ ਮੋਰਚੇ ਕਿਸਾਨੀ ਘੋਲਦੇ, ਮਾਝੇ ਮੋਰਚੇ ਕਿਸਾਨੀ ਘੋਲਦੇ, ਗੱਦਰਾਂ ਦੀ ਗੂੰਜ ਬਣ ਕੇ ਵੇ ਗੂੰਜ ਬਣ ਕੇ, ਗੱਦਰਾਂ ਦੀ ਗੂੰਜ ਬਣ ਕੇ ਵੇ ਗੂੰਜ ਬਣ ਕੇ। ਕਿਸਾਨਾਂ ਨਾਲ ਧੱਕਾ ਕਰ ਰਹੇ ਆ, ਪਰ ਉਹ ਪਛਤਾ ਵੀ ਰਹੇ ਇਸ ਟਾਈਮ ਧੱਕਾ ਕਰਕੇ। ਉਹ ਜੋ ਉਹਨਾਂ ਦੀ ਸੋਚ ਸੀਗੀ ਵੀ ਕਿਸਾਨ ਪਿੱਛੇ ਹਟ ਜਾਊਗੇ, ਮਜ਼ਦੂਰ ਏਕਤਾ ਪਿੱਛੇ ਹਟ ਜਾਊਗੇ, ਨਹੀਂ, ਪਿੱਛੇ ਕੋਈ ਨਹੀਂ ਹਟਣ ਵਾਲਾ। ਅੱਗੇ ਹੀ ਵਧਾਂਗੇ, ਜਿੱਥੇ ਤੱਕ ਜਾ ਹੋਊਗਾ ਅਸੀਂ ਉੱਥੇ ਪਹੁੰਚਾਂਗੇ। ਪਰ ਉਹਦੇ ਕੋਲ ਆਪਣੀਆਂ ਮੰਗਾਂ ਮੰਗਵਾ ਕੇ ਫਿਰ ਅਸੀਂ ਸਾਹ ਲਵਾਂਗੇ ਉਹਨਾਂ ਚਿਰ। ਮੋਦੀ ਸਰਕਾਰ ਨੂੰ ਮੈਸੇਜ ਦੇਣ ਵਾਸਤੇ ਤਾਂ ਦਿੱਲੀ ਪਹੁੰਚ ਗਏ, ਪਰ ਮੋਦੀ ਤੇ ਹੱਲੇ ਕੋਈ ਅਸਰ ਨਹੀਂ ਹੋ ਰਿਹਾ ਆ। ਦੇਖੋ ਹੁਣ ਹੌਲੀ ਹੌਲੀ ਸਾਡੀਆਂ ਜੋ ਮੰਗਾਂ ਮਨਵਾ ਰਹੇ ਆ, ਬਸ ਉਹਨੇ ਇੱਕ ਤਰ੍ਹਾਂ ਕੈਂਸਲ ਤਾਂ ਕਰਤਾ, ਪਰ ਉਹ ਐਲਾਨ ਨਹੀਂ ਕਰ ਰਿਹਾ ਹੈਗਾ ਕਿ ਉਹ ਲਿਖਤੀ ਰੂਪ ਵਿੱਚ ਦੇਣ ਲਈ ਤਿਆਰ ਆ। ਪਰ ਉਹਨੂੰ ਵਿਧਾਨ ਸਭਾ ਦੇ ਵਿੱਚ ਪੂਰੀ ਤਰ੍ਹਾਂ ਕਾਗਜ਼ੀ ਤੌਰ ਤੇ ਉਹਨੂੰ ਕੈਂਸਲ, ਜਿੱਦਾਂ ਉਹਨੇ ਅਪਰੂਵ ਕੀਤਾ ਉਦੀ ਉਹਨੂੰ ਕੈਂਸਲ ਕਰਵਾ ਕੇ ਹੀ ਛੱਡਣਾ ਆ। ਪਿੰਡ ਸੈਦੋਵਾਲ ਤੋਂ ਆਏ ਆ, ਮੇਰਾ ਨਾਮ ਬਲਿਹਾਰ ਕੌਰ ਹੈ। ਅਸੀਂ ਕਿਰਤੀ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਦੇ ਨਾਲ ਆਏ ਆ। ਜੋ ਕਹਿੰਦੇ ਹੁੰਦੇ ਆ ਵੀ ਮੋਦੀ ਨੇ ਕਾਨੂੰਨ ਬਣਾਇਆ ਕਾਲੇ, ਉਹ ਅਸੀਂ ਰੱਦ ਕਰਾਉਣੇ ਆ। ਅਸੀਂ ਸਾਡੇ ਹਸਬੈਂਡ ਵੀ, ਸਾਡੇ ਬੱਚੇ ਵੀ ਸਾਰੇ ਦਿੱਲੀ ਪਹੁੰਚੇ ਹੋਏ ਆ। ਅਸੀਂ ਇੱਥੇ ਪਹੁੰਚ ਗਏ ਆ। ਅਸੀਂ ਉਹਨਾਂ ਦੇ ਨਾਲ ਮੋਢਾ ਮੋਢਾ ਜੋੜ ਕੇ ਨਾਲ ਭੈਣ ਭਰਾ ਸਾਡੇ ਸਾਰੇ ਨਾਲ ਉਹਨਾਂ ਦਾ ਸਾਥ ਪੂਰਾ ਦੇਵਾਂਗੇ ਅਸੀਂ। ਹੋਰ ਕੇਂਦਰ ਜਿਹੜੀ ਹੈ ਫੈਸਲੇ ਨਹੀਂ ਦੇ ਰਹੀ ਹੈ ਕਿ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਫੈਸਲਾ ਆ ਜਾਏਗਾ? ਸੰਘਰਸ਼ ਕਦੋਂ ਤੱਕ ਚੱਲੇਗਾ? ਸਾਨੂੰ ਇਹ ਲੱਗਾ ਸੀ ਕਿ ਅਸੀਂ ਆਪਣਾ ਸਾਰਾ ਜਿਹੜਾ ਜੇ ਹੁਣ ਕਾਨੂੰਨ ਹੈ ਉਹ ਰੱਦ ਕਰਵਾ ਕੇ ਹਟਾਂਗੇ। ਸਾਡੀਆਂ ਭੈਣਾਂ ਵੀ ਨਾਲ ਆ, ਸਾਡੇ ਵੀਰ ਵੀ ਨਾਲ ਆ, ਸਾਡੇ ਨਾਲ ਮਜ਼ਦੂਰ ਕਿਸਾਨ ਸਭ ਇੱਕ ਹੈ। ਅਸੀਂ ਆਪਣਾ ਜਿਹੜਾ ਹੈ ਨਾ ਰੱਦ ਕਰਾ ਕੇ ਹਟਾਂਗੇ ਆਪਣਾ ਜਿਹੜਾ। ਮੈਂ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਤਹਿਸੀਲ ਸਕੱਤਰ। ਇਹ ਜਿਹੜਾ ਮੋਦੀ ਸਰਕਾਰ ਇਸ ਟਾਈਮ ਅੜੀ ਹੋਈ ਆ, ਉਹਦੀ ਅੜੀ ਤੋੜ ਨੂੰ ਇਹ ਵੱਡੇ ਅਸੀਂ ਇਕੱਠ ਕਰ ਰਹੇ ਆ, ਪਿੰਡਾਂ ਵਿੱਚ ਝੰਡਾ ਮਾਰਚ ਕਰ ਰਹੇ ਆ। ਬਹੁਤ ਸਾਰੇ ਸਾਡੇ ਲੋਕ ਜਿਹੜੇ ਨੌਜਵਾਨ ਤੇ ਪਿੰਡੂ ਮਜ਼ਦੂਰ ਯੂਨੀਅਨ ਵੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਪਹੁੰਚ ਚੁੱਕੀ ਆ। ਇਹ ਜਿਹੜਾ ਹੁਣ ਮੋਦੀ ਦੇ ਗੱਲ ਦੇ ਵਿੱਚ ਕਿੱਲਾ ਅੜਿਆ ਉਹ ਪੱਟ ਕੇ ਸਿੱਟ ਦੇਣਾ ਵਾ, ਕਿਉਂਕਿ ਹੁਣ ਅਸੀਂ ਪਿੰਡੋਂ ਪਿੰਡ ਵਰਕ ਕਰਨਾ ਸ਼ੁਰੂ ਕਰ ਦਿੱਤਾ। ਘਰ ਪ੍ਰਤੀ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਦੇ ਰਹੇ ਆ ਵੀ ਆਪਾਂ ਇੱਕ ਹੋਣਾ, ਇੱਕ ਹੋ ਕੇ ਲੜਾਈ ਜਿੱਤਣੀ ਆ ਤੇ ਇਨਕਲਾਬ ਜਿੰਦਾਬਾਦ ਰੱਖਣਾ ਵਾ। ਸਰ, ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਬਾਰੇ ਤੁਹਾਡਾ ਕੀ ਕਹਿਣਾ? ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ? ਦੇਖੋ ਇਹਦੇ ਵਿੱਚ ਇਹ ਆ ਵੀ ਜਿੰਨੇ ਪੰਜਾਬ ਦੇ ਕਿਸਾਨ ਆ ਜਾਂ ਜਿੰਨਾ ਜਿਹੜਾ ਬੁੱਧੀਜੀਵੀ ਤਬਕਾ ਸਾਰਿਆਂ ਨੇ ਸਟੱਡੀ ਕੀਤੇ ਆ, ਤੇ ਇਸ ਕਰਕੇ ਜ਼ਰੂਰੀ ਨਹੀਂ ਵੀ ਜੋ ਸਰਕਾਰ ਦਾ ਵਿਊ ਹੁੰਦਾ ਉਹੀ ਫਾਈਨਲ ਹੁੰਦਾ ਆ, ਕਿਉਂਕਿ ਉਹਦੇ ਵਿੱਚ ਵੀ ਬੰਦੇ ਹੀ ਆ। ਔਰ ਜਿੰਨਾ ਪੂਰੇ ਪੰਜਾਬ ਦਾ ਇਵਨ ਹੁਣ ਤਾਂ ਵਿਊ ਹੈਗਾ ਆ ਵੀ ਜਿਹੜੇ ਖੇਤੀ ਕਾਨੂੰਨ ਹੈਗੇ ਆ ਇਹ ਪੂਰੇ ਜਨ ਵਿਰੋਧੀ ਆ, ਕਿਸਾਨ ਵਿਰੋਧੀ ਆ ਔਰ ਆਮ ਲੋਕਾਂ ਦੇ ਵੀ ਵਿਰੋਧ ਵਿੱਚ ਆ। ਕਿਉਂਕਿ ਸਾਡਾ ਇਹ ਮੰਨਣਾ ਆ ਵੀ ਇਹਦੇ ਰਾਹੀਂ ਕਾਰਪੋਰੇਟ ਜਿਹੜੇ ਘਰਾਣੇ ਹੈਗੇ ਆ, ਮੋਦੀ ਸਰਕਾਰ ਉਹਨਾਂ ਤੇ ਅਨਾਜ ਦਾ ਜਿਹੜਾ ਏਕਾਧਿਕਾਰ ਕਰਾਉਣਾ ਚਾਹੁੰਦੀ ਆ, ਮੋਨੋਪੋਲੀ ਸਥਾਪਿਤ ਕਰਨਾ ਚਾਹੁੰਦੀ ਆ। ਔਰ ਇਹਦੇ ਵਿੱਚ ਜਦੋਂ ਅਨਾਜ ਉਹਨਾਂ ਕੋਲ ਚਲੇ ਜਾਣਾ ਆ ਤਾਂ ਉਹਦੀਆਂ ਕੀਮਤਾਂ ਇੰਨੀਆਂ ਵੱਧ ਜਾਣੀਆਂ ਆ ਵੀ ਜਿਹੜੇ ਆਮ ਲੋਕ ਆ ਜਿਹੜੇ ਖੇਤੀ ਨਾਲ ਨਹੀਂ ਵੀ ਜੁੜੇ, ਕਿਉਂਕਿ ਉਹਨਾਂ ਨੇ ਤਾਂ ਬਾਜ਼ਾਰ 'ਚੋਂ ਹੀ ਸਮਾਨ ਖਰੀਦਣਾ ਆ, ਅਨਾਜ ਖਰੀਦਣਾ ਆ, ਉਹ ਇੰਨੇ ਮਹਿੰਗੇ ਹੋ ਜਾਣੇ ਆ ਵੀ ਆਮ ਲੋਕਾਂ ਕੋਲ ਖਰੀਦ ਨਹੀਂ ਹੋਣਾ ਔਰ ਲੋਕਾਂ ਨੇ ਭੁੱਖਮਰੀ ਤੱਕ ਜਿਹੜਾ ਆ ਜਾਣਾ। ਇਸ ਕਰਕੇ ਕਿਸਾਨ ਦਾ ਵਿਰੋਧ ਕਰ ਹੀ ਰਹੇ ਆ, ਪਰ ਉਹ ਲੋਕ ਜਿਹੜੇ ਕਿਸਾਨੀ ਨਾਲ ਨਹੀਂ ਹੈਗੇ, ਪੰਜਾਬ ਦੇ ਲੋਕ ਆ, ਉਹ ਵੀ ਇਹਨਾਂ ਖੇਤੀ ਬਿੱਲਾਂ ਦੇ ਵਿਰੋਧ, ਖੇਤੀ ਕਾਨੂੰਨਾਂ ਦੇ ਵਿਰੋਧ 'ਚ ਆ। ਤੇ
ਅਸੀਂ ਤੁਸੀਂ ਦੇਖਿਆ ਪੰਜਾਬ ਮੇਲ USA ਟੀਵੀ ਦੀ ਟੀਮ ਜਿਹੜੀ ਹੈ ਅੱਜ ਜਿਹੜੇ ਵੱਖ-ਵੱਖ 14 ਦਸੰਬਰ ਨੂੰ ਕਿਸਾਨ ਯੂਨੀਅਨਾਂ ਵੱਲੋਂ DC ਆਫਿਸ ਘੇਰਨ ਦੀ ਤਿਆਰੀ ਕੀਤੀ ਗਈ ਸੀਗੀ। ਅਸੀਂ ਉੱਥੇ ਕਵਰ ਕੀਤਾ ਕਿ ਕਿਸ ਤਰ੍ਹਾਂ ਰੋਸ ਮੁਜ਼ਾਹਰੇ ਕਰ ਰਹੇ ਨੇ ਥਾਂ ਤੇ। ਅੱਜ ਜਲੰਧਰ ਦੇ ਵਿੱਚ BSF ਚੌਂਕ PAB ਚੌਂਕ ਤੋਂ ਲੈ ਕੇ ਜਿਹੜਾ ਆ DC ਆਫਿਸ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਵੱਲੋਂ ਆਪਣੇ ਰੋਸ ਮੁਜ਼ਾਹਰੇ ਕੀਤੇ ਗਏ ਨੇ। ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਹੋਰ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਪੰਜਾਬ ਮੇਲ USA ਟੀਵੀ ਚੈਨਲ। ਧੰਨਵਾਦ।